ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਜੀ ਨੂੰ ਬਹੁਤ-ਬਹੁਤ ਵਧਾਈਆਂ। ਅੱਜ ਇਸ ਪਾਵਨ ਪਰਵ ਤੇ ਅਸੀਂ ਆਪਣੇ ਸਾਰੇ ਕੋਰसेस ਤੇ ਬੀ ਇਟ ਰੈਪਿਡ ਰਿਵੀਜ਼ਨ ਕੋਰਸ, ਬੀ ਇਟ ਟੈਸਟ ਸੀਰੀਜ਼, CSAT ਔਰ ਈਵਨ ਕ੍ਰੈਸ਼ ਕੋਰਸ, ਸਾਰੇ ਕੋਰसेस ਤੇ 25% ਆਫ ਦੇ ਰਹੇ ਹਾਂ। ਤੁਹਾਨੂੰ ਕੋਡ ਯੂਜ਼ ਕਰਨਾ ਹੈ GURU25। Now this is a substantial discount for a limited period of time, so make the most of it. ਗੁਰੂ ਨਾਨਕ ਦੇਵ ਜੀ ਤੇ ਅਸੀਂ ਇੱਕ ਛੋਟਾ ਜਿਹਾ ਵੀਡੀਓ ਬਣਾਇਆ ਹੈ so that ਤੁਹਾਡੀ ਰਿਵੀਜ਼ਨ ਹੋ ਜਾਏਗੀ just before the exam. So let's start with his birth date. Now we all know that he was born on 15th April 1469. But ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਅਸੀਂ ਕਾਰਤਿਕ ਮਹੀਨੇ ਦੇ ਫੁੱਲ ਮੂਨ ਤੇ ਮਨਾਉਂਦੇ ਹਾਂ, ਕੱਤਕ ਮਹੀਨੇ ਦੇ ਫੁੱਲ ਮੂਨ ਤੇ ਮਨਾਉਂਦੇ ਹਾਂ। ऐदा क्यों? We'll just get to that in a few moments. But he was born on 15th April 1469 in Raipoi ki Talwandi, which is now known as Nankana Sahib and is in present day Pakistan. Now, he was born to Mehta Kaluji, who was a revenue official, and Mata Tripta ji. ਇਹਨਾਂ ਦੇ ਇੱਕ ਸਿਸਟਰ ਵੀ ਸੀਗੇ, ਬੇਬੇ ਨਾਨਕੀ ਜੀ, ਜੋ ਇਹਨਾਂ ਤੋਂ 5 ਸਾਲ ਵੱਡੇ ਸੀ। And all the Sikh gurus are born into Khatri Punjabi clan, and Guru Nanak Dev Ji was specifically belonged to Bedi Khatris. Now, Kattak ਦੀ ਜਿਹੜੀ birth date ਹੈ, ਇੱਦਾਂ ਮੰਨਿਆ ਜਾਂਦਾ ਹੈ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ, he got spiritual enlightenment ਔਰ ਉਹਨਾਂ ਦਾ spiritual birth ਹੋਇਆ ਸੀ ਇਸ ਦਿਨ। ਸੋ ਦੈਟ ਇਜ਼ ਵਾਈ ਉਹਨਾਂ ਦਾ ਬਰਥਡੇ ਅਸੀਂ ਕੱਤਕ ਦੇ ਮਹੀਨੇ ਦੇ ਫੁੱਲ ਮੂਨ ਡੇ 'ਤੇ ਮਨਾਉਂਦੇ ਹਾਂ। ਫਸਟ ਜਿਹੜਾ ਡਾਕੂਮੈਂਟਡ ਐਵੀਡੈਂਸ ਹੈ ਕਿ ਕੱਤਕ ਦੇ ਮਹੀਨੇ ਵਿੱਚ ਇਹਨਾਂ ਦਾ ਬਰਥਡੇ ਮਨਾਇਆ ਜਾਂਦਾ ਸੀ, ਦੈਟ ਇਜ਼ ਐਜ਼ अर्ਲੀ ਐਜ਼ 1868, ਰਾਈਟ। ਦੈਟ ਇਜ਼ ਦ ਡਾਕੂਮੈਂਟਡ ਐਵੀਡੈਂਸ। ਬਹੁਤ ਸਾਰੀ ਤੁਹਾਨੂੰ ਇਹਦੇ 'ਤੇ ਟੈਕਸਟ ਮਿਲ ਜਾਣਗੇ। ਇੱਕ ਇਹ ਵੀ ਟੈਕਸਟ ਹੈਗਾ ਜੋ ਕਿ ਮੈਂ ਵੀ ਬਚਪਨ ਤੋਂ ਸੁਣਿਆ ਹੈ ਕਿ ਜਿਹੜੇ ਕੱਤਕ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਬੋਲਿਆ ਜਾਂਦਾ ਹੈ ਕਿ ਉਹ ਆਪਣੇ ਮਾਂ ਪਿਓ 'ਤੇ ਭਾਰੀ ਹੁੰਦੇ ਨੇ, ਅਨਲਕੀ ਹੁੰਦੇ ਨੇ। ਸੋ ਟੂ ਕਿਲ ਦੈਟ ਸੁਪਰਸਟੀਸ਼ਨ, ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੇਰਾ ਬਰਥਡੇ ਕੱਤਕ ਵਿੱਚ ਮਨਾਇਆ ਜਾਏਗਾ, ਬਿਕੋਜ਼ ਆਈ ਐਮ ਆਲਸੋ ਕੱਤਕ ਬੋਰਨ, ਸੋ ਆਈ ਨੋ ਦਿਸ। ਸੋ ਬਹੁਤ ਸਾਰੇ ਤੁਹਾਨੂੰ ਟੈਕਸਟ ਮਿਲ ਜਾਣਗੇ ਜੋ ਕਿ ਐਕਸਪਲੇਨ ਕਰਦੇ ਨੇ ਕਿ ਕਿਉਂ ਕੱਤਕ ਦੇ ਮਹੀਨੇ ਵਿੱਚ ਉਹਨਾਂ ਦਾ ਬਰਥਡੇ ਮਨਾਇਆ ਜਾਂਦਾ ਹੈ। ਜਿਹੜਾ ਸਪਿਰਿਚੁਅਲ ਬਰਥ ਵਾਲਾ ਹੈ, ਦੈਟ ਇਜ਼ ਸਜੈਸਟਡ ਬਾਈ ਦ ਦਬਿਸਤਾਨੀ ਮਜ਼ਹਬ, ਰਾਈਟ। ਦੈਨ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਫਰੋਮ ਐਨ अर्ਲੀ ਏਜ ਹੀ ਯੂਜ਼ਡ ਟੂ ਵੈਰੀ ਕੰਟੈਂਪਲੇਟਿਵ, ਸੋਚਣ ਵਾਲੇ, and he used to have discussions about spirituality and was constantly questioning social norms. ਹੁਣ at the age of around 30 ਉਹ ਆਪਣੀ ਸਿਸਟਰ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿੱਚ ਗਏ ਹੋਏ ਸੀ। ਹੁਣ ਸੁਲਤਾਨਪੁਰ ਲੋਧੀ ਦੇ ਨਾਲ ਇੱਕ ਰਿਵੁਲੇਟ ਚੱਲਦੀ ਹੈ ਜਿਹਨੂੰ ਆਪਾਂ ਕਾਲੀ ਬੇਨ ਕਹਿੰਦੇ ਹਾਂ। ਕਾਲੀ ਬੇਨ ਇਜ਼ ਬਲੈਕ, ਕਾਲੀ ਇਜ਼ ਬਲੈਕ, ਰਿਵੁਲੇਟ ਇਜ਼ ਸਟਰੀਮ। ਇਹ ਮਿਲਦੀ ਹੈਗੀ ਹੈ ਸਤਲੁਜ ਬਿਆਸ ਦੇ ਕੌਨਫਲੂਐਂਸ 'ਤੇ at ਹਰੀਕੇ ਪਤਨ। Now it is known as ਕਾਲੀ ਬੇਨ because ਇਹਦੇ ਵਿੱਚ ਮਿਨਰਲਸ ਦੇ ਕਾਰਨ ਇਹ ਕਾਲੀ ਦਿਖਦੀ ਸੀ। ਐਂਡ ਪ੍ਰੈਜ਼ੈਂਟ ਡੇ ਦਾ ਇੱਕ ਕਨਜ਼ਰਵੇਸ਼ਨ ਰਿਜ਼ਰਵ, ਕਾਲੀ ਬੇਨ ਕਨਜ਼ਰਵੇਸ਼ਨ ਰਿਜ਼ਰਵ ਵਿਚ ਇਜ਼ ਇਨ ਕਪੂਰਥਲਾ ਡਿਸਟ੍ਰਿਕਟ ਵੀ ਇਜ਼ ਰਿਲੇਟਡ ਟੂ ਕਾਲੀ ਬੇਨ, ਰਾਈਟ। 5 ਕਨਜ਼ਰਵੇਸ਼ਨ ਰਿਜ਼ਰਵਸ ਨੇ ਪੰਜਾਬ ਵਿੱਚ। ਇੱਥੇ ਗੁਰੂ ਨਾਨਕ ਦੇਵ ਜੀ ਨਾਨ ਜਾਂਦੇ ਸੀਗੇ, ਇੱਕ ਦਿਨ ਉਹ ਗਏ ਤੇ ਉਹ ਮਿਲੇ ਹੀ ਨਹੀਂ, 3 ਦਿਨ ਤੱਕ ਉਹ ਮਿਲੇ ਹੀ ਨਹੀਂ। ਦੈਨ ਹੀ ਰੀਅਪੀਅਰਡ ਆਫਟਰ 3 days। ਇਹ ਜਿਹੜੀ ਜਨਮ ਸਾਖੀ ਹੈ ਤੁਸੀਂ ਸਾਈਡ 'ਤੇ ਦੇ ਰਹੇ ਹੋ, ਇਸੇ ਨੂੰ ਦਰਸਾਉਂਦੀ ਹੈ। ਐਂਡ ਉਸ ਤੋਂ ਬਾਅਦ ਹੀ ਪ੍ਰੋਕਲੇਮਡ ਦੇਅਰ ਇਜ਼ ਨੋ ਹਿੰਦੂ, ਦੇਅਰ ਇਜ਼ ਨੋ ਮੁਸਲਿਮ, ਐਂਡ ਐਮਫਸਾਈਜ਼ਿੰਗ ਦ ਵਨਨੈਸ ਆਫ ਦ ਗੋਡ, ਇਕੁਐਲਿਟੀ ਆਫ ਆਲ ਪੀਪਲ। ਐਂਡ ਇਨ ਫੈਕਟ ਇਸ ਤੋਂ ਬਾਅਦ ਉਹਨਾਂ ਨੇ ਮੂਲ ਮੰਤਰ ਵੀ ਦਿੱਤਾ। ਸੋ ਦੈਟ ਇਜ਼ ਵਾਈ ਕਾਲੀ ਬੇਨ ਇਜ਼ ਵੈਰੀ ਯੂ ਕੈਨ ਸੇ ਇੰਪੋਰਟੈਂਟ ਫॉर ਸਿੱਖਸ। ਇਹਦੇ ਕੰਢੇ ਹੀ ਬੇਰੀ ਸਾਹਿਬ ਗੁਰਦੁਆਰਾ ਵੀ ਹੈਗਾ, ਜਿਹਦੇ ਵਿੱਚ ਇੱਕ ਬੇਰ ਹੈਗਾ, ਹੁਣੇ ਵੀ ਹੈਗਾ, ਦੇ ਪ੍ਰੀਜ਼ਰਵਡ ਇਟ, ਜਿਹਦੇ ਥੱਲੇ ਬਹਿ ਕੇ ਗੁਰੂ ਨਾਨਕ ਦੇਵ ਜੀ ਮੈਡੀਟੇਸ਼ਨ ਵੀ ਕਰਦੇ ਸੀਗੇ। ਕਾਲੀ ਬੇਨ ਇਜ਼ ਆਲਸੋ ਇਨ ਨਿਊਜ਼ ਫॉर ਅ ਲੋਟ ਆਫ ਰੀਜ਼ਨਸ। ਜਿਵੇਂ ਬਲਬੀਰ ਸਿੰਘ ਸੀਚੇਵਾਲ ਜੀ ਜਿਹੜੇ ਹੁਣ ਸਾਡੇ ਰਾਜ ਸਭਾ ਦੇ MP ਹੈ, ਉਹਨਾਂ ਨੇ ਇਹਦੀ ਕਲੀਨਿੰਗ ਸਟਾਰਟ ਕੀਤੀ ਸੀ ਬੈਕ ਇਨ 2000। ਐਂਡ ਤੁਹਾਨੂੰ ਯਾਦ ਹੋਏਗਾ ਕਿ ਮਾਨਸਾ 2022 ਵਿੱਚ ਟੂ ਸੈਲੀਬ੍ਰੇਟ 22 years ਆਫ ਕਲੀਨਿੰਗ ਆਫ ਕਾਲੀ ਬੇਨ ਇੱਥੇ ਗਏ ਸੀ, ਉਹਨਾਂ ਨੇ ਪਾਣੀ ਵੀ ਪੀਤਾ
एंड दैन वो बीमार भी हो गए एंड ही वॉज हॉस्पिटलाइज्ड। बाद ਵਿੱਚ ਇਹ क्लेम कर लिया गया कि ही wasn't hospitalized because of this but for a routine health checkup। खैर ਇਹ न्यूज़ ਵਿੱਚ ਰਹਿੰਦੀ ਹੈ, ਕਾਲੀ ਬੇਨ is in news, so that's why I wanted to emphasize on this also। then ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੂਲ ਮੰਤਰ ਇਸ ਤੋਂ ਬਾਅਦ ਹੀ ਆਇਆ, right? and मूल मंत्र is actually this एक ओंकार सतनाम करता पुरख निरभਉ निर्वैर अकाल मूरत अजूनी सैमंग गुरप्रसाद। ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਆ ਜਿਹੜੀਆਂ ਵੀ ਟੀਚਿੰਗਸ ਨੇ ਉਹ ਵੀ ਇੱਕ ਤਰ੍ਹਾਂ ਨਾਲ ਸਮਾਈਆਂ ਹੋਈਆਂ ਨੇ, ਇਨਕੈਪਸੂਲੇਟਡ ਨੇ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਐਂਡ ਦਿਸ ਇਜ਼ ਫਰੋਮ ਵੇਅਰ ਗੁਰੂ ਗ੍ਰੰਥ ਸਾਹਿਬ ਜੀ ਆਲਸੋ ਸਟਾਰਟਸ। ਦੈਨ ਗੁਰੂ ਨਾਨਕ ਦੇਵ ਜੀ ਦੇ ਜੇ ਆਪਾਂ ਕੋਰ ਪ੍ਰਿੰਸੀਪਲਸ ਦੀ ਗੱਲ ਕਰੀਏ ਨਾ ਤੇ ਤਿੰਨ ਨੇ। ਨਾਮ ਜਪਣਾ, that is meditating on God's name, ਰੱਬ ਦਾ ਨਾਮ ਲੈਣਾ, ਨਾਮ ਜਪਣਾ। ਕੀਰਤ ਕਰਨੀ, that is related to honest living, ethical living through hard work। ਵੰਡ ਛਕਣਾ is sharing resourcing and helping those in need। so ਇਹ ਸਿੱਖੀਜ਼ਮ ਦੇ ਵੀ ਫਾਊਂਡੇਸ਼ਨਸ ਨੇ and they have been given by ਗੁਰੂ ਨਾਨਕ ਦੇਵ ਜੀ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ took a lot of udasis, ओडिसीज तो एक वर्ड है, तो ये डिराइव्ड है, जर्नीज तो ये डिराइव्ड है। सो ही एक्चुअली कवर्ड अ लॉट ऑफ इंडिया, तिब्बत, श्रीलंका एंड पार्ट्स ऑफ मिडल ईस्ट। जे तुसी देखते हो काफ़ी ज़्यादा वड्डिया उन्होंने जर्नीज लिया एंड ही स्प्रेड द मैसेज ऑफ यूनिवर्सल ब्रदरहुड। ही क्रिटिसाइज रिचुअलिज्म एंड इवन चैलेंज्ड सोशल इनइक्वालिटीज़। गुरु नानक देव जी आप कॉन्ट्रीब्यूशन की गल करिए, एक तो लंगर सिस्टम वॉज इंट्रोड्यूस्ड बाय हिम, that is community kitchen to promote equality and break caste barriers। Shabad Kirtan, devotion through music and hymns। Many of his hymns are part of Guru Granth Sahib ji। He also rejected rituals ਜਿਵੇਂ ਕਿ meaningless rituals, idol worship, superstitions। ਉਹਨਾਂ ਨੂੰ ਕਾਫੀ ਰਿਜੈਕਟ ਵੀ ਕੀਤਾ। social inequality ਦੇ ਅਗੇਂਸਟ ਉਹਨਾਂ ਨੇ ਕਾਫੀ ਜ਼ਿਆਦਾ, he was very vocal against social inequalities ਹੈ ਨਾ, women oppression, all of that। And if we look at the contributions which are very important with respect to your exam, पहली है गुरु ग्रंथ साहिब जी which he contributed about 974 hymns, but वो compile गुरु अर्जन देव जी ने कीतियाँ। जपजी साहिब, one of the most significant works। सिद्ध गोष्ठ, it is a philosophical dialogue between Guru Nanak Dev ji and Nath yogis। Then दखनी ओंकार, it is a composition in poetic style। कीर्तन सोहेला, जो end of sick prayers या फिर किसी दे death ते रिसाइट किया जाता है। 12 माह, चेंजिंग ऑफ 12 months of the year। मूल मंत्र, द फंडामेंटल एक्सियम ऑफ सिख आइडियोलॉजी, राइट। सो दे आर वेरी वेरी इंपॉर्टेंट। उस तो बाद गुरु नानक देव जी करतारपुर विच सैटल होए, उन्होंने उस सिटी नू इस्टैबलिश भी किया and he settled there। He spent last 18 years of his life in Kartarpur, which is now in present day Pakistan। and you know Kartarpur corridor used to exist, हुने वो बंद हो गया after the attack by the Pakistan। so Kartarpur corridor connected डेरा बाबा नानक in Gurdaspur to Kartarpur ਵਿੱਚ ਜਿਹੜਾ ਸਾਡਾ ਕਰਤਾਰਪੁਰ ਦਾ ਗੁਰਦੁਆਰਾ ਹੈਗਾ, ਰਾਈਟ। ਉੱਥੇ ਉਹਨਾਂ ਨੂੰ ਕਨੈਕਟ ਕਰਦਾ ਸੀ ਕਰਤਾਰਪੁਰ corridor and visa free entry ਹੁੰਦੀ ਸੀ to the Indians। So last years उन्होंने spend किए teaching and guiding his followers। and when he जब उन्होंने ज्योति जोत समा गए, he gave he made Bhai Lehna ji, Guru Angad Dev ji as his successor। so he passed away on 22nd September 1539। but उन्होंने teachings आज भी सारिਆਂ ਨੂੰ inspire करदियां ने। ਹੁਣ ਬਾਬਰ ਦਾ ਕੀ ਹੈ ਕਿ ਬਾਬਰ ਵੀ ਆਲ ਨੋ 1526 ਵਿੱਚ ਹੀ established the Mughal Empire after defeating Ibrahim Lodi in the Battle of Panipat। now Guru Nanak Dev ji ਨੇ invasions of Babur ਨੂੰ witness ਕੀਤਾ, ਉਹਨਾਂ ਦੀ atrocities ਨੂੰ witness ਕੀਤਾ and he was very vocal against the violence and oppression which was caused during the Babur conquest। so he was a contemporary, Babur was a contemporary of Guru Nanak Dev ji, right। and ਜਿਹੜੇ ਗੁਰੂ ਨਾਨਕ ਦੇਵ ਜੀ ਦੇ ਹਿਮਸ ਨੇ, ਹੀ ਗੁਰੂ ਨਾਨਕ ਦੇਵ ਜੀ ਨੇ ਡਿਸਕ੍ਰਾਈਬ ਕੀਤਾ ਸਫਰਿੰਗ ਆਫ ਪੀਪਲ ਐਂਡ ਕ੍ਰਿਟਿਸਾਈਜ਼ਡ ਦ ਮਿਸਯੂਜ਼ ਆਫ ਪਾਵਰ ਐਂਡ ਇਹਨੂੰ ਬਾਬਰ ਬਾਣੀ ਵੀ ਕਿਹਾ ਜਾਂਦਾ ਹੈ। these verses are known as ਬਾਬਰ ਬਾਣੀ। so this is regarding ਗੁਰੂ ਨਾਨਕ ਦੇਵ ਜੀ which is very very important for your prelims। ਹੁਣ ਇੱਕ ਨਾ UPSC ਵਿੱਚ ਸਵਾਲ ਆਇਆ ਸੀਗਾ ਭਗਤੀ ਸੇਨਸ, ਕਿਉਂਕਿ ਭਗਤੀ ਮੂਵਮੈਂਟ ਦਾ ਟਾਈਮ ਸੀਗਾ। ਭਗਤੀ ਸੇਨਸ, ਦਾਦੂ ਦਿਆਲ, गुरु नानक देव जी एंड त्यागराजा। उन्होंने ने पूछा who among the above were preaching when the Lodi dynasty fell and Babur took over। so ਜੇ ਤੁਸੀਂ ਇਹਨਾਂ ਦੋਨਾਂ ਨੂੰ ਦੇਖਦੇ ਹੋ, ਦਾਦੂ ਦਿਆਲ ਐਂਡ त्यागराजा, so they were not contemporaries of Babur।
ਉਹ ਜਾਂ ਤਾਂ ਪਹਿਲੇ ਆਏ ਜਾਂ ਬਾਅਦ ਵਿੱਚ ਆਏ, ਗੁਰੂ ਨਾਨਕ ਦੇਵ ਜੀ ਹੀ ਸੀਗੇ। ਸੋ ਦ ਆਂਸਰ ਇਜ਼ 2 ਓਨਲੀ, ਰਾਈਟ। ਐਂਡ ਲਾਈਕ ਆ ਸੈਡ, ਜੇ ਤੁਸੀਂ ਸਾਡਾ ਰੈਪਿਡ ਰਿਵੀਜ਼ਨ ਕੋਰਸ ਲੈਣਾ ਚਾਹੁੰਦੇ ਹੋ 25% ਆਫ ਤੇ ਇਟ ਇਜ਼ ਐਟ ਅ ਵੈਰੀ ਗੁੱਡ ਡਿਸਕਾਊਂਟ ਰਾਈਟ ਨਾउ, ਜਾਂ ਟੈਸਟ ਸੀਰੀਜ਼ ਲੈਣਾ ਚਾਹੁੰਦੇ ਹੋ, ਯੂ ਯੂਜ਼ ਦ ਕੋਡ GURU25 ਐਂਡ ਯੂ ਵਿਲ ਗੈਟ 25% ਆਫ। ਕੋਈ ਕੰਸਰਨ ਹੈ ਤੇ 1800890343 ਤੇ कॉल भी कर सकते हो। सो दैट वाज ऑल फ्रॉम माय एंड, थैंक यू सो मच।